नमस्कार दोस्तों, मैं पंकज सरदाना। ਤੁਸੀਂ देख रहे हो ਬੁਲਾਡਾ सिटी रेडियो। दोस्तों, ਬੁਲਾਡਾ शहर ਦੇ ਵਿੱਚ ਇਸ ਟਾਈਮ ਇੱਕ ਅਵਾਰਾ ਪਸ਼ੂ ਨੂੰ ਲੈ ਕੇ ਬੜੀ ਵੱਡੀ ਸਮੱਸਿਆ ਖੜੀ ਹੋਈ ਹੈ, ਕਿਉਂਕਿ ਸ਼ਹਿਰ ਦੇ ਵਿੱਚ ਅਵਾਰਾ ਪਸ਼ੂ ਜਗ੍ਹਾ ਜਿੱਥੇ ਵੀ ਤੁਸੀਂ ਚਲੇ ਜਾਓ ਝੁੰਡਾਂ ਦੇ ਝੁੰਡ ਬਣਾ ਕੇ ਬੈਠੇ ਰਹਿੰਦੇ ਹਨ। ਆਏ ਦਿਨ ਕੋਈ ਨਾ ਕੋਈ ਹਾਦਸਾ ਸ਼ਹਿਰ ਦੇ ਵਿੱਚ ਹੋਇਆ ਰਹਿੰਦਾ ਹੈ। ਬੱਚੇ ਸਕੂਲ ਜਾਂਦੇ ਹਨ, ਅਵਾਰਾ ਪਸ਼ੂ ਬੱਚਿਆਂ ਦੇ ਪਿੱਛੇ ਪੈ ਜਾਂਦੇ ਹਨ ਤਾਂ ਬੱਚੇ ਕਿਸੇ ਦੇ ਘਰਾਂ 'ਚ ਲੁੱਕ ਕੇ ਜਾਨ ਬਚਾਉਂਦੇ ਹਨ, ਕਦੇ ਕਿਵੇਂ ਨਾ ਕਿਵੇਂ ਆਪਦੀ ਜਾਨ ਬਚਾਉਂਦੇ ਹਨ। ਇਸੇ ਤਰ੍ਹਾਂ ਦਾ ਹੀ ਹਾਦਸਾ ਇੱਕ ਬਾਜ਼ਾਰ ਦੇ ਵਿੱਚ ਹੋਇਆ ਹੈਗਾ ਤੇ ਦੁਕਾਨਦਾਰ ਉਹ ਦੱਸਣਗੇ ਮੈਨੂੰ ਵੀ ਕੀ ਹਾਦਸਾ ਹੋਇਆ ਸੀ। ਹਾਂਜੀ ਸਰ, ਕੀ ਹਾਦਸਾ ਹੋਇਆ ਸਭ ਨਾਲ? सर जी, मैं अपने सवेरे 7 ਵਜੇ ਦੇ ਕਰੀਬ घर ਦੇ ਬਾਹਰ ਖੜਾ ਸੀ ਤੇ ਜਿਹੜੇ ਬੱਚੇ ਸਕੂਲ ਜਾਂਦੇ ਸੀ ਉਹ ਸਾਡੇ ਕੋਲ ਜ਼ਿਆਦਾਤਰ ਸਾਡੇ ਘਰ ਦੇ ਲਾਗੇ ਦੀ ਜਾਂਦੇ ਨੇਗੇ ਤੇ ਜਿਹੜੇ ਢੱਠਾ ਤੇ ਉਹ ਬਾਹਰ ਖੜਾ ਸੀ। ਮੈਂ ਵੀ ਹੁਣ ਦੇਖ ਰਿਹਾ ਵੀ ਢੱਠਾ ਇਹ ਬਾਹਰ ਲੈ, ਮਤਲਬ ਕਿ ਇਹ ਉਰੋਂ ਦਾ ਨਹੀਂ ਹੈ, ਕੋਈ ਖੋਰ ਛੱਡ ਕੇ ਗਿਆ ਇਹਨੂੰ। ਉਸ ਤੋਂ ਜਦੋਂ ਬੱਚੇ ਕੋਲੋਂ ਲੰਘਣ ਲੱਗੇ ਉਦੋਂ ਢੱਠਾ ਉਹਨਾਂ ਦੇ ਮਗਰ ਪੈ ਗਿਆ। ਉਹਨਾਂ ਨੇ ਬੱਚਿਆਂ ਨੇ ਸਾਡੇ ਘਰੇ ਵੜ ਕੇ ਹੀ ਆਪਦੀ ਜਾਨ ਬਚਾਈ ਹੈ। ਮੈਂ ਫਟਾਫਟ ਦਰਵਾਜ਼ਾ ਬੰਦ ਕੀਤਾ ਹੈਗਾ ਤਾਂ ਕਿਤੇ ਢੱਠਾ ਨਹੀਂ ਸਾਡੇ ਅੰਦਰ ਵੜਨਾ ਸੀਗਾ। ਇਸ ਕਰਕੇ ਪ੍ਰਸ਼ਾਸਨ ਨੂੰ ਮੰਗ ਹੈ ਵੀ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤਾਂ ਕਿ ਜਿਹੜੇ ਜਾਨੀ ਮਾਨੀ ਨੁਕਸਾਨ ਹੁੰਦਾ ਹੈਗਾ ਉਹ ਨਾ ਹੋ ਸਕੇ। ਮੇਰੇ ਨਾਲ ਕੁਝ ਹੋਰ ਵੀ ਦੁਕਾਨਦਾਰ ਹਨ, ਮੈਂ ਉਹਨਾਂ ਨਾਲ ਵੀ ਗੱਲ ਕਰਨਾ ਕਿ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ। ਪੁੱਛਦੇ ਹਾਂ ਆਪਾਂ ਨੂੰ ਦੁਕਾਨਦਾਰ ਹੋ ਕੀ ਕਹਿੰਦੇ ਆ। ਹਾਂਜੀ, ਕੀ ਬੋਲੋਗੇ? ਮੇਰੇ ਮਾਮਾ ਜੀ ਦੇ ਉੱਥੇ ਹਲਵਾਈ ਦੀ ਦੁਕਾਨ ਹੈ। ਉਹ ਖੰਡ ਲੈ ਕੇ ਬਾਹਰ ਆ ਰਹੇ ਸੀਗੇ ਤੇ ਢੱਠੇ ਨੇ ਪਿੱਛੋਂ ਦੀ ਆ ਕੇ ਚੱਕ ਕੇ ਮਾਰਿਆ। 7-8 ਟਾਂਕੇ ਲੱਗੇ, ਨਾਲੇ ਜਿਹੜਾ ਦੁਕਾਨ ਦਾ ਨੁਕਸਾਨ ਹੋਇਆ ਉਹ ਅਲੱਗ ਹੋਇਆ। ਤਾਂ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰ ਰਹੇ ਹਾਂ ਵੀ ਜਲਦੀ ਤੋਂ ਜਲਦੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਤਾਂ ਕਿ ਸਾਰੇ ਦੁਕਾਨਦਾਰ ਜਾਂ ਬੱਚੇ ਸਕੂਲ ਜਾਂਦੇ ਆ ਤਾਂ ਉਹਨਾਂ ਦਾ ਸਹੀ ਢੰਗ ਨਾਲ ਸਕੂਲ ਜਾ ਸਕਣ। ਹਾਂਜੀ ਸਰ, ਤੁਸੀਂ ਵੀ ਕੁਝ ਕਹਿਣਾ ਚਾਹੋਗੇ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਦਾ ਛੇਤੀ ਕੋਈ ਨਾ ਇੰਤਜ਼ਾਮ ਕਰਿਆ ਜਾਵੇ ਵੀ ਬੱਚੇ ਵੀ ਖੇਡਦੇ ਰਹਿੰਦੇ ਉਰੇ, ਆਮ ਆਉਣਾ ਜਾਣਾ ਮੇਨ ਪਬਲਿਕ ਦਾ ਸਾਰਾ ਇਹੀ ਹੈ ਜੀ। ਇਹਦਾ ਛੇਤੀ ਹੱਲ ਕਰਿਆ ਜਾਵੇ, ਪ੍ਰਸ਼ਾਸਨ ਨੂੰ ਬੇਨਤੀ ਹੈ। ਮੇਰੇ ਨਾਲ ਹਨ ਪੰਚਾਇਤੀ ਗਊਸ਼ਾਲਾ ਦੇ ਪ੍ਰਧਾਨ ਸੁਭਾਸ਼ ਗੋਇਲ ਜੀ। ਆਪਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਕਾਰਨ ਹੈ ਕਿ ਜਿਹੜੇ ਪਸ਼ੂ ਫਾਲਤੂ ਅਵਾਰਾ ਜੋ ਘੁੰਮਦੇ ਨੇ ਗਊਸ਼ਾਲਾਵਾਂ ਉਹਨਾਂ ਨੂੰ ਕਿਉਂ ਨਹੀਂ ਰੱਖ ਸਕਦੀਆਂ। ਸੁਭਾਸ਼ ਜੀ, ਆਪਣੇ ਗਊਸ਼ਾਲਾ ਦੀ ਕਿੰਨੀ ਕਪੈਸਿਟੀ ਹੈ, ਕਿੰਨੀਆਂ ਗਊ ਆਪਾਂ ਰੱਖ ਸਕਦੇ ਹਾਂ? देखो कैपेसिटी अपनी गौशाला की 1000 पशु सड़ लवे है जी। इस टाइम जगह के हिसाब ਨਾਲ सड़ लवे कैपेसिटी इस तो ਵੱਧ नहीं हैगी होर। ਤੇ ਜਿਹੜੇ ਆਪਣੇ ਹੁਣ ਆਪਾਂ ਅਵਾਰਾ ਗਊਆਂ ਫਿਰਦੀਆਂ ਨੇ ਬਾਜ਼ਾਰ ਦੇ ਵਿੱਚ, ਉਹਨਾਂ ਦਾ ਕੋਈ ਹੱਲ ਤੁਸੀਂ ਕਿਉਂ ਨਹੀਂ ਕਰ ਰਹੇ ਹੈਗੇ? ਉਹਨੂੰ ਗਊਸ਼ਾਲਾ 'ਚ ਰੱਖਿਆ ਜਾਵੇ ਕਿ ਉਹਨਾਂ ਦਾ ਕੋਈ ਹੱਲ ਹੀ ਨਿਕਲ ਸਕਦਾ ਸ਼ਹਿਰ ਦਾ ਜੀ? देखो गौशाला ਦੇ ਵਿੱਚ ਰੱਖਤਾ ਸੀ ਲਈਏ, ਰੱਖਣ ਦੀ ਕੋਈ ਪ੍ਰੋਬਲਮ ਨਹੀਂ ਹੈ। ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਪੈਸੇ ਦੀ ਸਭ ਤੋਂ ਵੱਡੀ ਘਾਟ ਹੈ। ਪਸ਼ੂ ਉਹਨਾਂ ਨੂੰ ਜਦੋਂ ਗਊਧਨ ਨੂੰ ਆਪਾਂ ਲੈ ਕੇ ਜਾਵਾਂਗੇ ਉਹਨਾਂ ਨੂੰ ਭੁੱਖੇ ਤਾਂ ਰੱਖ ਨਹੀਂ ਸਕਦੇ ਉੱਥੇ। ਉਹਨਾਂ ਨੂੰ ਖਾਣ ਵਾਸਤੇ ਵੀ ਚਾਹੀਦਾ, ਉਹਨਾਂ ਨੂੰ ਪੀਣ ਵਾਸਤੇ ਵੀ ਚਾਹੀਦਾ, ਉਹਨਾਂ ਦੇ ਰਹਿਣ ਵਾਸਤੇ ਵੀ ਜਗ੍ਹਾ ਚਾਹੀਦੀ ਹੈ। ਜਦੋਂ ਕਿ ਗੌਰਮੈਂਟ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਕਰ ਰਹੀ, ਅੱਜ ਤੱਕ ਨਾ ਗੌਰਮੈਂਟ ਨੇ ਕੋਈ ਸਹਾਇਤਾ ਕੀਤੀ ਹੈ ਉਹਦੇ ਵਿੱਚ। ਨਹੀਂ ਸਰ, ਜਿਵੇਂ ਹੁਣ ਗੌਰਮੈਂਟ ਤਾਂ ਜਿਹੜੀ ਆ ਕਾਉਸ ਟੈਕਸ ਲੈ ਰਹੀ ਹੈ, ਆਪਣੇ ਤੋਂ ਕੋਈ ਸਾਰਾ ਆਪਾਂ ਭਰ ਰਹੇ ਹਾਂ, ਟੈਕਸ ਭਰ ਰਹੇ ਹਾਂ। ਮੰਡੀ 'ਚੋਂ ਵੀ ਆਪਾਂ ਚੰਦਾ ਇਕੱਠਾ ਕਰਿਆ ਜਾਂਦਾ ਹੈ ਵੀ ਉਸ ਨਾਲ ਤੁਹਾਨੂੰ ਕੋਈ ਖਰਚਾ ਤੁਹਾਡਾ ਨਹੀਂ ਪੂਰਾ ਹੋ ਰਿਹਾ ਜੀ? ਨਹੀਂ, ਮੰਡੀ ਦੇ ਪੈਸੇ ਨਾਲ ਖਰਚਾ ਨਹੀਂ ਪੂਰਾ। ਇਹ ਤਾਂ ਸਮਾਜ ਸੇਵੀ ਸੰਸਥਾਵਾਂ ਹੀ ਨੇ। ਮੰਡੀ ਹੀ ਹੈ ਇਹ ਸਾਡੇ ਵਾਸਤੇ, ਸਮਾਜ ਸੇਵੀ ਨੇ ਸਾਰੇ ਮੰਡੀ ਵਾਲੇ ਜਿੰਨੇ ਵੀ ਹੈਗੇ ਨੇ, ਪਬਲਿਕ ਦੇ ਜਿੰਨੇ ਵੀ ਲੋਕ ਹੈਗੇ ਨੇ, ਇਹਨਾਂ ਤੋਂ ਹੀ ਪੈਸਾ ਇਕੱਠਾ ਕਰਕੇ ਅਸੀਂ ਗਊਆਂ ਦੀ ਸੇਵਾ ਕਰ ਰਹੇ ਹਾਂ। ਗੌਰਮੈਂਟ ਵੱਲੋਂ ਪੈਸਾ ਨਹੀਂ ਸਾਨੂੰ ਆ ਰਿਹਾ। ਜੋ ਗੌਰਮੈਂਟ ਖਰਚਾ ਦੇ ਰਹੀ ਹੈ ਉਹ ਤੁਹਾਡਾ ਆ ਰਿਹਾ ਕਿ ਨਹੀਂ ਆ ਰਿਹਾ ਤੁਹਾਡੇ ਕੋਲ? ਗੌਰਮੈਂਟ ਵੱਲੋਂ ਕੋਈ ਖਰਚਾ ਨਹੀਂ ਆ ਰਿਹਾ। ਤੁਹਾਨੂੰ ਗੌਰਮੈਂਟ ਕੁਝ ਇੱਕ ਨਿੱਕਾ ਪੈਸਾ ਵੀ ਅੱਜ ਤੱਕ ਸਾਨੂੰ ਗੌਰਮੈਂਟ ਨੇ ਨਹੀਂ ਦਿੱਤਾ। ਬਲਕਿ ਪਿੱਛੇ ਜੇ ਪਹਿਲਾਂ SDM ਸਾਹਿਬ ਸੀ ਡੇਚਲਵਾਲ ਸਾਹਿਬ, ਉਹਨਾਂ ਨੇ 100 ਪਸ਼ੂ ਸਾਡੇ ਲਵੇ ਛਡਵਾਇਆ ਧੱਕੇ ਨਾਲ, ਕਹਿ ਕੇ ਸਾਨੂੰ ਲਾਲਚ ਦੇ ਕੇ ਵੀ ਤੁਹਾਨੂੰ ਅਸੀਂ ਪੈਸੇ ਦੇਵਾਂਗੇ। ਉਸ ਤੋਂ ਬਾਅਦ ਸੇਤੀਆ ਸਾਹਿਬ ਆ ਗਏ। ਸੇਤੀਆ ਸਾਹਿਬ ਨੇ 80 ਪਸ਼ੂ ਸਾਡੇ ਲਵੇ ਛਡਵਾਏ। ਸਾਡੇ ਚੇਅਰਮੈਨ ਸਾਹਿਬ ਨੂੰ ਕਹਿ ਕੇ ਵੀ ਜਦ ਜਿਵੇਂ ਮਰਜ਼ੀ ਕਰੋ ਤੁਸੀਂ, ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ। ਪਰ ਪੈਸਾ ਸਾਨੂੰ ਅੱਜ ਤੱਕ ਵੀ ਗੌਰਮੈਂਟ ਦੀ ਤਰਫੋਂ ਇੱਕ ਨਿੱਕਾ ਪੈਸਾ ਨਹੀਂ ਦਿੱਤਾ ਗਿਆ। ਜਿਹੜਾ ਕਾਉਸਸ ਲੱਗਦਾ ਹੈ ਕਾਗਜ਼ਾਂ ਦੇ ਵਿੱਚ ਲੱਗ ਰਿਹਾ, ਪਰ ਉਹ ਕਿਸੇ ਬੁਲਾਡੇ ਗਊਸ਼ਾਲਾ ਨੂੰ ਤਾਂ ਕਿਸੇ ਨੂੰ ਮਿਲਿਆ ਨਹੀਂ। ਮੈਨੂੰ ਬਾਹਰ ਦਾ ਕਿਸੇ ਦਾ ਪਤਾ ਨਹੀਂ। ਅਗਰ ਤੁਹਾਨੂੰ ਕਾਉਸਾ ਗੌਰਮੈਂਟ ਖਰਚਾ ਦਿੰਦੀ ਹੈ ਕਿ ਫਿਰ ਤੁਸੀਂ ਪਸ਼ੂ ਜਿਹੜੇ ਹੈਗੇ ਨੇ ਅਵਾਰਾ ਆਪਣੇ ਉਹਨਾਂ ਨੂੰ ਸਾਂਭ ਸੰਭਾਲ ਕਰ ਸਕਦੇ ਹੋ, ਉਹਨਾਂ ਦੀ ਗਊਸ਼ਾਲਾ ਰੱਖਿਆ ਜਾਣਾ ਤੁਹਾਡੇ 'ਚ? ਦੇਖੋ, ਇੱਕ ਗਊ ਦੇ ਉੱਤੇ ਰੂਟੀਨ ਦੇ ਵਿੱਚ 70 ਤੋਂ 75 ਰੁਪਏ ਖਰਚਾ ਆਉਂਦਾ ਹੈ ਡੇਲੀ ਦਾ। ਸਾਨੂੰ ਜੇ ਗੌਰਮੈਂਟ ਸਾਨੂੰ 60 ਰੁਪਏ ਵੀ ਇੱਕ ਗਊ ਦੇ ਹਿਸਾਬ ਨਾਲ ਦੇ ਦੇ, ਅਸੀਂ 15 ਰੁਪਏ ਪੱਲਿਓ ਖਰਚ ਕੇ ਵੀ ਗਊਆਂ ਸਾਂਭ ਲਾਂਗੇ। ਦੇਖੋ, ਗਊਆਂ ਅਵਾਰਾ ਫੇਰੀਆਂ ਨੇ। ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਹੈ, ਅਸੀਂ ਗਊਸ਼ਾਲਾ ਦੀ ਮੈਨੇਜਮੈਂਟ ਦੇ ਹੋਣ ਦੇ ਨਾਤੇ। ਪਰ ਸਾਡੀਆਂ ਵੀ ਮਜਬੂਰੀਆਂ ਨੇ, ਅਸੀਂ ਕਰੀਏ ਕੀ? ਕਿਉਂਕਿ ਅਸੀਂ ਤਾਂ ਲੋਕਾਂ ਤੋਂ ਹੀ ਪੈਸਾ ਲੈ ਕੇ ਉਹ ਖਰਚ ਕਰ ਰਹੇ ਹਾਂ। ਜੇ ਗੌਰਮੈਂਟ ਸਾਨੂੰ ਖਰਚਾ ਦੇਵੇ ਤਾਂ ਅਸੀਂ ਇੱਕ ਵੀ ਗਊ ਨੂੰ ਸ਼ਹਿਰ ਦੇ ਵਿੱਚ ਫਿਰਨਾ ਦਈਏ, ਸਾਰਿਆਂ ਨੂੰ ਅਸੀਂ ਗਊਸ਼ਾਲਾ ਦੇ ਵਿੱਚ ਰੱਖ ਲਈ, ਜਿਵੇਂ ਮਰਜ਼ੀ ਉਹਨਾਂ ਦਾ ਅਰੇਂਜ ਕਰੀਏ। ਬਿਲਕੁਲ ਜੀ, ਇਹ ਸਨ ਸੁਭਾਸ਼ ਗੋਇਲ ਜੀ, ਪੰਚਾਇਤੀ ਗਊਸ਼ਾਲਾ ਦੇ ਪ੍ਰਧਾਨ ਜੀ। ਇਹਨਾਂ ਨੇ ਕਿਹਾ ਹੈ ਕਿ ਅਗਰ ਸਾਡੀ ਇੱਕ ਗਾਉ ਦੇ ਉੱਪਰ 75 ਰੁਪਏ ਤਕਰੀਬਨ ਖਰਚਾ ਆਉਂਦਾ ਹੈ, ਸਾਨੂੰ ਅਗਰ ਗੌਰਮੈਂਟ 60 ਰੁਪਏ ਵੀ ਦੇ ਦਿੰਦੀ ਹੈ ਤਾਂ ਅਸੀਂ 10-15 ਰੁਪਏ ਜੋ ਵੀ ਹੈਗਾ ਉਹ ਅਸੀਂ ਆਪਦੇ ਸਿਰ 'ਤੇ ਆਪਣੇ ਜੇਬ 'ਚੋਂ ਖਰਚਾ ਕਰਕੇ ਆਪਣਾ ਪਸ਼ੂਆਂ ਨੂੰ ਪਾਲਣ ਨੂੰ ਤਿਆਰ ਹਾਂ, ਰੱਖਣ ਨੂੰ ਤਿਆਰ ਬੈਠੇ ਹਾਂ।
ਮੇਰੇ ਨਾਲ ਹਨ ਕ੍ਰਿਸ਼ਨਾ ਗਊਸ਼ਾਲਾ ਦੇ ਚੇਅਰਮੈਨ ਰਕੇਸ਼ ਜੈਨ ਜੀ। ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦੀ ਗਊਸ਼ਾਲਾ ਦੇ ਵਿੱਚ ਕਿੰਨੀਆਂ ਗਊਆਂ ਹਨ ਤੇ ਕਿੰਨੀਆਂ ਹੋਰ ਉਹ ਰੱਖ ਸਕਦੇ ਹਨ। ਹਾਂਜੀ ਰਕੇਸ਼ ਜੀ, ਆਪਣੇ ਕੋਲ ਕਿੰਨੀ ਕਪੈਸਿਟੀ ਹੈ ਗਊਸ਼ਾਲਾ ਦੇ ਵਿੱਚ ਰੱਖਣ ਦੀਆਂ ਗਊਆਂ ਦੀ? ਸ਼੍ਰੀ ਕ੍ਰਿਸ਼ਨਾ ਬੇਸਹਾਰਾ ਗਊਸ਼ਾਲਾ ਜੋ ਕਿ ਭਿੱਖੀ ਰੋਡ ਬੁਢਲਾਡਾ ਵਿਖੇ ਸਥਿਤ ਹੈ। ਸਾਡੇ ਕੋਲੇ ਇਸ ਸਮੇਂ 1000 ਦੇ ਕਰੀਬ ਅਸੀਂ ਗਊ ਵੰਸ਼ ਦੀ ਦੇਖ ਰੇਖ ਕਰ ਰਹੇ ਹਾਂ। 2004 ਤੋਂ ਅਸੀਂ ਇਹ ਗਊਸ਼ਾਲਾ ਚਲਾ ਰਹੇ ਹਾਂ। ਸਾਡੇ ਕੋਲੇ ਸਰਕਾਰ ਵੱਲੋਂ ਨਗਰ ਕੌਂਸਲ ਵੱਲੋਂ ਉਸ ਟਾਈਮ 'ਤੇ ਬੁਢਲਾਡਾ ਪੰਚਾਇਤ ਵੱਲੋਂ ਅਸੀਂ 4.5 ਕਿੱਲੇ ਜ਼ਮੀਨ ਜਿਹੜੀ ਹੈਗੀ ਹੈ ਉਸ ਆਪਣਾ ਇਸ ਵਾਸਤੇ ਮਤਾ ਪਵਾ ਕੇ ਲਿੱਤੀ ਸੀ। ਸਾਡੇ ਕੋਲੇ 4.5 ਕਿੱਲੇ ਜਗ੍ਹਾ ਹੀ ਹੈ। ਉਹਦੇ ਵਿੱਚ ਜੋ ਸ਼ੈੱਡ ਬਣੇ ਹੋਏ ਨੇ ਉਹ ਸਾਡੇ ਕੋਲੇ ਸ਼ੈੱਡ ਹੈਗੇ ਨੇ। ਉਹਦੇ ਵਿੱਚ ਅਸੀਂ 1000 ਦੇ ਕਰੀਬ ਗਊ ਵੰਸ਼ ਦੀ ਦੇਖ ਰੇਖ ਕਰ ਰਹੇ ਹਾਂ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਹੋਰ, ਦੇਖੋ ਗੱਲ ਇਹ ਹੈ ਜੋ ਸਾਡੇ ਕੋਲੇ 1000 ਗਊ ਵੰਸ਼ ਹੈਗਾ ਉਸ ਦੀ ਅਸੀਂ ਯਾਨੀ ਕਿ ਸਾਡੇ ਕੋਲੇ ਕੋਈ ਸਰਕਾਰੀ ਤੌਰ 'ਤੇ ਸਹਾਇਤਾ ਨਹੀਂ ਮਿਲਦੀ। ਅਸੀਂ ਸਿਰਫ ਲੋਕਾਂ ਦੇ ਯਾਨੀ ਕਿ ਜਾਂਦੇ ਹਾਂ, ਉਹਨਾਂ ਤੋਂ ਸਹਿਯੋਗ ਲੈਂਦੇ ਹਾਂ, ਜੋ ਮੰਗ ਕੇ ਸਾਨੂੰ ਯਾਨੀ ਕਿ ਵੀ ਕਿਸੇ ਤੋਂ ਤੂੜੀ ਲਿਆਂਦੀ, ਕਿਸੇ ਤੋਂ ਹਰਾ ਲਿਆਂਦਾ, ਕਿਸੇ ਤੋਂ ਯਾਨੀ ਕਿ ਜੋ ਕੋਈ ਖਲ ਦੇ ਯਾਨੀ ਕਿ ਦਾਨ 'ਚ ਰੂਪ 'ਚ ਲੈਂਦਾ, ਉਹਦੇ ਨਾਲ ਹੀ ਅਸੀਂ ਉਹਨਾਂ ਦਾ ਗੁਜ਼ਾਰਾ ਕਰਦੇ ਹਾਂ। ਇਸ ਗਊਸ਼ਾਲਾ ਵਿੱਚ ਸਾਡੇ ਕੋਲੇ 25 ਦੇ ਕਰੀਬ ਜਿਹੜੇ ਗਵਾਲੇ ਨੇ, ਮਤਲਬ ਮੀਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਵੀ ਕਰਮਚਾਰੀ ਕੰਮ ਕਰ ਰਹੇ ਨੇ। ਜੇਕਰ ਅਸੀਂ ਉਹਨਾਂ ਦੀ ਤਨਖਾਹ ਦੀ ਗੱਲ ਕਰੀਏ ਤਾਂ ਸਾਨੂੰ 2 ਲੱਖ ਰੁਪਏ ਵਾਂਗੂ ਮਹੀਨੇ ਦੀ ਤਨਖਾਹ ਹੀ ਉਹਨਾਂ ਨੂੰ ਦੇਣੀ ਪੈਂਦੀ ਹੈ, ਜਿਹੜਾ ਕਿ ਸਾਡੇ ਕੋਲੇ ਕੋਈ ਪਰਮਾਨੈਂਟ ਸਾਡੇ ਕੋਲੇ ਇਨਕਮ ਸੋਰਸ ਨਹੀਂ ਹੈ। ਬਟ ਸਾਨੂੰ ਅਸੀਂ ਪਤਾ ਵੀ ਅਸੀਂ ਉਹਨਾਂ ਨੂੰ ਕਿਵੇਂ ਅਸੀਂ ਚਲਾ ਰਹੇ ਹਾਂ, ਅਸੀਂ ਕਿਵੇਂ ਮੈਨੇਜ ਕਰ ਰਹੇ ਹਾਂ। ਸਾਡੀ ਮੈਨੇਜਮੈਂਟ ਕਮੇਟੀ ਪੂਰਾ ਐਫਰਟਸ ਕਰਦੀ ਹੈ। ਸਾਰਾ ਦਿਨ ਅਸੀਂ ਕਿਤੇ ਨਾ ਕਿਤੇ ਤੁਰੇ ਫਿਰਦੇ ਰਹਿੰਦੇ ਹਾਂ। ਕਦੀ ਜੋ ਵੀ ਸਾਨੂੰ ਪਤਾ ਲੱਗਦਾ ਵੀ ਕਿਸੇ ਵੀ ਅਸੀਂ ਉਹਨਾਂ ਵਾਸਤੇ ਲੱਗੇ ਹੋਏ ਹਾਂ। ਜੇਕਰ ਸਾਨੂੰ ਸਰਕਾਰ ਕੋਈ ਸਹਾਇਤਾ ਕਰਦੀ ਹੈ ਤਾਂ ਅਸੀਂ ਕੋਈ ਨਾ ਕੋਈ ਹੋਰ ਜਾਣੀ ਕਿ ਜਿਵੇਂ ਸਾਨੂੰ ਜ਼ਮੀਨ ਮਿਲ ਜੇ, ਨਾਲ ਉਹਦੇ ਸ਼ੈੱਡ ਬਣਾਉਣ ਨੂੰ ਮਿਲ ਜੇ, ਜਾਂ ਉਹਨਾਂ ਵਾਸਤੇ ਰੱਖ ਰਖਾਓ ਵਾਸਤੇ ਕੋਈ ਪੈਸਾ ਮਿਲ ਜੇ, ਤਾਂ ਅਸੀਂ ਹੋਰ ਵੀ ਅੱਗੇ ਕੋਈ ਨਾ ਕੋਈ ਉਹਨਾਂ ਵਾਸਤੇ ਵਿਚਾਰ ਕਰ ਸਕਦੇ ਹਾਂ। ਲੇਕਿਨ ਸਰਕਾਰ ਤਾਂ ਦੇਖੋ, ਜਿਵੇਂ ਆਪਾਂ ਬਿਜਲੀ ਦਾ ਬਿੱਲ ਭਰਦੇ ਹਾਂ ਜਾਂ ਕੋਈ ਹੋਰ ਵੀ ਕਈ ਆਈਟਮਾਂ ਐਸੀਆਂ ਨੇ ਜਿਨ੍ਹਾਂ ਉੱਤੇ ਸਰਕਾਰ ਨੇ ਗਊ ਸੈਂਸ ਲਾਇਆ ਹੋਇਆ ਹੈ, ਕਿ ਉਸ ਦੇ ਫੰਡ ਤੁਹਾਨੂੰ ਵਗੈਰਾ ਨਹੀਂ ਦਿੱਤੇ ਜਾ ਰਹੇ? ਦੇਖੋ ਅੱਜ ਤੱਕ ਜਿਵੇਂ ਅਸੀਂ ਪਹਿਲਾਂ ਵੀ ਸਰਕਾਰ ਤੋਂ ਕਈ ਵਾਰ ਮੰਗਾਂ ਕੀਤੀਆਂ ਨੇ, ਬਹੁਤ ਚਿਰ ਹੋ ਗਿਆ ਸਰਕਾਰ ਜਾਣੀ ਕਿ ਵੀ ਗਊ ਸੈਸ ਦੇ ਰੂਪ 'ਚ ਹਰ ਇੱਕ ਨਾਗਰਿਕ ਤੋਂ ਪੈਸਾ ਲੈ ਰਹੀ ਹੈ। ਪਤਾ ਨਹੀਂ ਉਹ ਸਰਕਾਰ ਜਾਣੀ ਕਿ ਜਿਹੜਾ ਗਊ ਸੈਸ ਦਾ ਪੈਸਾ ਕਿੱਥੇ ਜਾਂਦਾ ਹੈ, ਸਾਨੂੰ ਨਹੀਂ ਸਮਝ ਆਉਂਦੀ। ਵੀ ਉਹ ਗਊਆਂ ਦਾ ਪੈਸਾ ਵੀ ਖਾਈ ਜਾਂਦੀ ਸਰਕਾਰ, ਵੀ ਉਹ ਗਊ ਸੈਸ ਦੇ ਰੂਪ 'ਚ ਕਿਸੇ ਵੀ ਤਰ੍ਹਾਂ ਦੇ ਅੱਜ ਤੱਕ ਕਿਸੇ ਗਊਸ਼ਾਲਾ ਨੂੰ ਜਾਣੀ ਕਿ ਵੀ ਜਿਹੜਾ ਗਊ ਸੈਸ ਦਾ ਪੈਸਾ ਅੱਜ ਤੱਕ ਕਿਸੇ ਗਊਸ਼ਾਲਾ ਨੂੰ ਨਹੀਂ ਮਿਲਿਆ ਹੈਗਾ। ਹੁਣ ਜਿਵੇਂ ਅਸੀਂ ਬੁਢਲਾਡਾ ਦੀ ਗੱਲ ਕਰੀਏ, ਸਾਨੂੰ ਪਿੱਛੇ ਪਤਾ ਲੱਗਿਆ ਸੀ ਬੁਢਲਾਡਾ ਦੇ ਵਿੱਚ ਵੀ ਕੋਈ ਅਮਾਊਂਟ ਨਗਰ ਕੌਂਸਲ ਦੇ ਵਿੱਚ ਆਈ ਹੈ, ਪਰ ਉਹ ਹਜੇ ਤੱਕ ਕਿਸੇ ਗਊਸ਼ਾਲਾ ਨੂੰ ਨਹੀਂ ਦਿੱਤੀ ਗਈ, ਜਦੋਂ ਕਿ ਇਹ ਉਹਨਾਂ ਨੂੰ ਦੇਣੀ ਚਾਹੀਦੀ ਹੈ। ਤੁਸੀਂ ਫਿਰ ਨਗਰ ਕੌਂਸਲ ਦੇ ਕਿਸੇ ਅਧਿਕਾਰੀ ਨਾਲ ਸੰਪਰਕ ਨਹੀਂ ਕਰਿਆ ਵੀ ਤੁਹਾਨੂੰ ਕੋਈ ਫੰਡ ਆਏ ਪਿਆ, ਗੌਰਮੈਂਟ ਤੋਂ ਫੰਡ ਆਏ ਪਿਆ, ਉਹ ਦਿੱਤੇ ਜਾਣ ਸਾਨੂੰ, ਅਤੇ ਜਿਹੜੀਆਂ ਆਵਾਰਾ ਪਸ਼ੂ ਉਹਨਾਂ ਨੂੰ ਸਾਂਭਿਆ ਜਾਵੇ? ਅਸੀਂ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਵੀ ਮਿਲੇ ਸੀ, ਅਸੀਂ ਈਓ ਸਾਹਿਬ ਨੂੰ ਮਿਲੇ ਸੀ, ਅਸੀਂ ਐਸਡੀਐਮ ਸਾਹਿਬ ਨੂੰ ਮਿਲੇ ਸੀ। ਉਹਨਾਂ ਨੇ ਵੀ ਸਾਨੂੰ, ਅਸੀਂ ਤਿੰਨੇ ਕੇ ਅਫਸਰਾਂ ਨੂੰ ਉਹਨਾਂ ਨਾਲ ਬੈਠ ਕੇ ਵੀ ਗੱਲ ਹੋਈ ਹੈ। ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਵਾਇਆ ਸਾਨੂੰ ਅਸੀਂ ਜਾਣੀ ਕਿ ਜਿਹੜਾ ਪੈਸਾ ਆਇਆ ਪਿਆ ਹੈ ਅਸੀਂ ਤੁਹਾਨੂੰ ਦੇਵਾਂਗੇ, ਪਰ ਪਤਾ ਨਹੀਂ ਕੀ ਕਾਰਨ ਹੈ ਵੀ ਉਹ ਕਿਉਂ ਨਹੀਂ ਦੇ ਰਹੇ। ਇਹਨਾਂ ਦੇ ਕੋਲੇ ਕੀ ਹੈ ਜੀ ਪ੍ਰੋਬਲਮ ਹੈ ਵੀ ਉਹ ਜਿਹੜੇ ਗਊਆਂ ਦਾ ਪੈਸਾ ਹੈ, ਜੇਕਰ ਗਊਆਂ ਦਾ ਪੈਸਾ ਉਹ ਦੇਣਗੇ ਕੋਈ ਗਊਸ਼ਾਲਾਵਾਂ ਨੂੰ, ਤਾਂ ਜੋ ਜਾਣੀ ਕਿ ਵੀ ਬਾਜ਼ਾਰ 'ਚ ਬੇਸਹਾਰਾ ਗਾਵਾਂ ਹੋਰ ਤੁਰੀਆਂ ਫਿਰਦੀਆਂ ਨੇ, ਗਊ ਵੰਸ਼ ਤੁਰਿਆ ਫਿਰਦਾ ਹੈ, ਤਾਂ ਉਹਨਾਂ ਬਾਰੇ ਵੀ ਗਊਸ਼ਾਲਾ ਨੂੰ ਬਹੁਤ ਸੋਚਣ ਵਾਸਤੇ ਮਜਬੂਰ ਹੋਣਾ ਪੈਣਾ। ਜੇਕਰ ਕੋਈ ਸਰਕਾਰ ਉਹਨਾਂ ਨੂੰ ਕੋਈ ਇਹੋ ਜਿਹਾ ਐਫਰਟਸ ਕਰਦੀ ਹੈ ਤਾਂ ਉਹ ਗਊ ਵੰਸ਼ ਵਾਸਤੇ ਯਾਨੀ ਕਿ ਵੀ ਤਾਂ ਗਊਸ਼ਾਲਾ ਵੀ ਕੋਈ ਸੋਚਣ ਵਾਸਤੇ ਮਜਬੂਰ ਹੋਊਗੀ, ਜੇਕਰ ਸਰਕਾਰ ਸਾਨੂੰ ਪੈਸਾ ਦਿੰਦੀ ਹੈ ਤਾਂ। ਬਿਲਕੁਲ ਜੀ, ਇਹ ਵੀ ਇੱਕ ਮੁੱਦਾ ਹੈ ਵੀ ਜਿਹੜਾ ਇੰਨਾ ਪੈਸਾ ਆ ਰਿਹਾ ਪੰਜਾਬ ਗੌਰਮੈਂਟ ਕੋਲ, ਉਹ ਪੈਸਾ ਜਾ ਕਿੱਥੇ ਰਿਹਾ ਹੈ, ਕਿਉਂ ਗਊਸ਼ਾਲਾ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ? ਇਹ ਵੀ ਇੱਕ ਗੰਭੀਰ ਮੁੱਦਾ ਹੈ। ਇੱਕ ਜੈਨ ਸਾਹਿਬ ਇਹ ਦੱਸੋ ਕਿ ਜਿਹੜੇ ਆਪਣੇ ਅਮਰੀਕਨ ਢੱਠੇ ਫਿਰਦੇ ਨੇ ਜੋ ਕਿ ਹਾਦਸਿਆਂ ਦਾ ਕਾਰਨ ਬਣਦੇ ਨੇ, ਬਹੁਤ ਕੀਮਤੀ ਜਾਨਾਂ ਜਾ ਰਹੀਆਂ ਨੇ, ਅਮਰੀਕਨ ਢੱਠੇ ਵਗੈਰਾ ਵੀ ਤੁਸੀਂ ਗਊਸ਼ਾਲਾ ਰੱਖ ਸਕਦੇ ਹੋ ਜਾਂ ਨਹੀਂ ਰੱਖ ਸਕਦੇ? ਇਹਦਾ ਕੀ ਕਾਰਨ ਹੈ? ਦੇਖੋ ਜੀ, ਜਿਹੜੇ ਇਸ ਸਮੇਂ ਸਾਡੇ ਕੋਲੇ ਗਊਸ਼ਾਲਾਵਾਂ ਵਿੱਚ ਅਮਰੀਕੀ ਢੱਠੇ ਰੱਖਣ ਵਾਸਤੇ ਕੋਈ ਵੀ ਸਾਡੇ ਕੋਲੇ ਨਹੀਂ ਪ੍ਰੋਵੀਜ਼ਨ ਹੈਗੀ। ਹਾਂ, ਜੇਕਰ ਸਰਕਾਰ ਸਾਡੇ ਨਾਲ ਕੋਈ ਸਹਿਯੋਗ ਕਰਦੀ ਹੈ, ਸਰਕਾਰ ਸਾਨੂੰ ਕੋਈ ਯਾਨੀ ਕਿ ਵੀ ਸਾਨੂੰ ਯਾਨੀ ਕਿ ਵੀ ਇਹ ਵਿਸ਼ਵਾਸ ਦਿਵਾਉਂਦੀ ਹੈ, ਤਾਂ ਇਹਨਾਂ ਅਮਰੀਕੀ ਢੱਠਿਆਂ ਨੂੰ ਵੀ ਗਊਸ਼ਾਲਾ ਦੇ ਵਿੱਚ ਰੱਖਿਆ ਜਾ ਸਕਦਾ ਹੈ। ਕਿਉਂਕਿ ਜਿਹੜੇ ਅਮਰੀਕੀ ਜਿਹੜਾ ਢੱਠਾ ਹੈ ਨਾ ਜਾਂ ਅਮਰੀਕੀ ਗਾਂ ਹੈ, ਉਹਨੂੰ ਗਊ ਮਾਤਾ ਦਾ ਦਰਜਾ ਨਹੀਂ ਦਿੱਤਾ ਗਿਆ ਹੋਇਆ। ਉਹ ਗਊ ਮਾਤਾ ਨਹੀਂ, ਉਹਦਾ ਇੱਕ ਤਰ੍ਹਾਂ ਦਾ ਪਸ਼ੂ ਹੀ ਹੈ, ਠੀਕ ਹੈ। ਪਰ ਅਸੀਂ ਯਾਨੀ ਕਿ ਵੀ ਉਹ ਬੇਸਹਾਰਾ ਅਵਾਰਾ ਤੁਰੇ ਫਿਰਦੇ ਨੇ, ਉਹਨਾਂ ਵਾਸਤੇ ਵੀ ਅਸੀਂ ਕੋਈ ਨਾ ਕੋਈ ਸੋਚ ਸਕਦੇ ਹਾਂ। ਫਿਰ ਜੇਕਰ ਸਾਨੂੰ ਸਰਕਾਰ ਕੋਈ ਨਾ ਕੋਈ ਸਾਡੇ ਨਾਲ ਕੋਈ ਖੜ੍ਹਦੀ ਹੈ, ਸਰਕਾਰ ਸਾਨੂੰ ਕੋਈ ਕਹਿੰਦੀ ਹੈ ਵੀ ਹਾਂ ਤੁਸੀਂ ਵੀ ਸਾਨੂੰ ਅਸੀਂ ਵੀ ਆ ਪਰਮਾਨੈਂਟ ਤੁਹਾਨੂੰ ਅਸੀਂ ਇਨਕਮ ਦੇਵਾਂਗੇ, ਤਾਂ ਅਸੀਂ ਉਹ ਯਾਨੀ ਕਿ ਜਿਹੜੇ ਬੇਸਹਾਰਾ ਯਾਨੀ ਕਿ ਵੀ ਆਪਾਂ ਲਾ ਲਓ ਵੀ ਅਮਰੀਕੀ ਢੱਠੇ ਵੀ ਨੇ, ਉਹਨਾਂ ਬਾਰੇ ਵੀ ਅਸੀਂ ਕੋਈ ਨਾ ਕੋਈ ਵਿਚਾਰ ਕਰ ਸਕਦੇ ਹਾਂ। ਜੇਕਰ ਪਰ ਸਾਨੂੰ ਸਰਕਾਰੀ ਤੌਰ 'ਤੇ ਕੋਈ ਨਾ ਕੋਈ ਜ਼ਰੂਰ ਉਹਦੇ ਵਾਸਤੇ
ਵੀ ਉਹਨਾਂ ਦੇ ਰੱਖ ਰਖਾਓ ਵਾਸਤੇ ਕੋਈ ਨਾ ਸਰਕਾਰ ਸਾਡੇ ਨਾਲ ਕੋਈ ਐਗਰੀਮੈਂਟ ਕਰੇ ਜਾਂ ਸਰਕਾਰ ਸਾਡੇ ਨਾਲ ਕੋਈ ਪੱਕਾ ਵਾਅਦਾ ਕਰੇ। ਇਹ ਨਾ ਹੋਵੇ ਇੱਕ ਵਾਰੀ ਕਹਦੇ ਵੀ ਯਾਨੀ ਕਿ ਸਰਕਾਰ ਵੀ ਆ ਥੋੜ੍ਹੀ ਜਿਹੀ ਮਨੀ ਲਓ ਜੀ, ਉਸ ਤੋਂ ਬਾਅਦ ਯਾਨੀ ਕਿ ਮੁੜ ਕੇ ਅਸੀਂ ਉਹਨਾਂ ਦੇ ਉਹ ਸਾਡੇ ਹੀ ਪੱਲੇ ਪੈ ਜਾਣ। ਉਹ ਵੀ ਨਹੀਂ ਯਾਨੀ ਕਿ ਵੀ ਉਹ ਸਾਡੇ ਨਾਲ ਸਰਕਾਰ ਕੋਈ, ਕਿਉਂਕਿ ਅਸੀਂ ਨਹੀਂ ਚਾਹੁੰਦੇ ਦੇਖੋ ਯਾਨੀ ਕਿ ਵੀ ਕੋਈ ਗਊਸ਼ਾਲਾ ਦੇ ਵਿੱਚ ਅਸੀਂ ਗਊਵੰਸ਼ ਨੂੰ ਲੈ ਜਾਈਏ ਔਰ ਉੱਥੇ ਉਹਨਾਂ ਦਾ ਅਸੀਂ ਰੱਖ ਰਖਾਵ ਨਾ ਕਰ ਸਕੀਏ ਤਾਂ ਉਸ ਤੋਂ ਬਾਅਦ ਅਸੀਂ ਨੁਕਸਾਨ ਯਾਨੀ ਕਿ ਵੀ ਦੱਸੋ ਉਹਨਾਂ ਦਾ ਅਸੀਂ ਪੁੰਨ ਕਰਨ ਦੀ ਬਜਾਏ ਅਸੀਂ ਤਾਂ ਪਾਪ ਖੱਟਾਂਗੇ। ਜੇਕਰ ਉਹ ਉੱਥੇ ਲਿਜਾ ਕੇ ਉਹ ਤਾਂ ਕੈਦ ਵਾਲਾ ਕੰਮ ਹੋ ਜੀ ਫਿਰ ਤਾਂ ਉਹਨਾਂ ਨੂੰ, ਜੇ ਅਸੀਂ ਉਹਨਾਂ ਨੂੰ ਲੈ ਜਾਂਦੇ ਹਾਂ ਉਹਨਾਂ ਨੂੰ ਨਹੀਂ ਅਸੀਂ ਪ੍ਰੋਪਰ ਉਹਨਾਂ ਦੀ ਕੋਈ ਦੇਖ ਰੇਖ ਕਰ ਸਕਦੇ ਤਾਂ ਉਹ ਤਾਂ ਸਗੋਂ ਦੀ ਉਹਨਾਂ ਦਾ ਜੀ ਕਿ ਵੀ ਹੁਣੇ ਬਾਜ਼ਾਰ 'ਚ ਤੁਰੀਆਂ ਫਿਰਦੀਆਂ ਨੇ ਤਾਂ ਆਪਣਾ ਕੁਛ ਨਾ ਕੁਛ ਢਿੱਡ ਤਾਂ ਭਰ ਦੇਣਗੀਆਂ। ਜੇਕਰ ਸਾਡੇ ਕੋਲ ਜਿੰਨਾ ਕੁ ਸਾਡੇ ਕੋਲ ਦੇਖੋ ਅਸੀਂ ਮੰਗ ਤੰਗ ਕੇ ਜਿੰਨਾ ਕੁ ਅਸੀਂ ਲੈ ਕੇ ਆਉਂਦੇ ਹਾਂ ਉਹਨਾਂ ਕੀ ਸਾਡੇ ਕੋਲ ਸਿਸਟਮ ਹੈਗਾ। ਇਸ ਤੋਂ ਵੱਧ ਸਾਡੇ ਕੋਲ ਸਿਸਟਮ ਉਹ ਵੀ ਸਾਨੂੰ ਪਤਾ ਅਸੀਂ ਕਿਵੇਂ ਚਲਾਉਂਦੇ ਹਾਂ। ਅਸੀਂ ਹੈਂਡ ਟੂ ਮਾਊਥ ਸਾਡੇ ਕੋਲ ਗਊਸ਼ਾਲਾ, ਅਸੀਂ ਸਵੇਰੇ ਗਊਸ਼ਾਲਾ ਜਾਂਦੇ ਸਾਨੂੰ ਰੋਜ਼ ਸੋਚਦੇ ਹਾਂ ਵੀ ਅੱਜ ਕੀ ਕਰਨਾ ਤਾਂ ਅੱਜ ਖਰਚਾ ਕਿਵੇਂ ਆਪਾਂ ਅਰੇਂਜ ਕਰਨਾ। ਅਸੀਂ ਰੋਜ਼ ਉਹਦੇ ਵਾਸਤੇ ਇਹ ਕੋਈ ਨਾ ਕੋਈ ਐਫਰਟਸ ਕਰਦੇ ਰਹਿੰਦੇ ਹਾਂ। ਇੰਨਾ ਹੀ ਹੈ ਸਾਡਾ ਯਾਨੀ ਕਿ ਜਿਹੜਾ ਹੈਗਾ। ਮੇਰੇ ਨਾਲ ਹਨ ਮੀਤ ਪ੍ਰਧਾਨ ਜੀ, ਸੁਭਾਸ਼ ਵਰਮਾ ਜੀ। ਇਹਨਾਂ ਨਾਲ ਗੱਲ ਕਰਦੇ ਹਾਂ ਕਿ ਆਖਰ ਅਵਾਰਾ ਪਸ਼ੂਆਂ ਦੇ ਉੱਪਰ ਆਪਣੀ ਕਮੇਟੀ ਜੋ ਹੈ ਨਗਰ ਕੌਂਸਲ ਹੈ ਵੀ ਕੀ ਹੋ ਕਰ ਰਹੀ ਹੈ। ਸੁਭਾਸ਼ ਜੀ, ਸ਼ਹਿਰ ਦੇ ਵਿੱਚ ਅਵਾਰਾ ਪਸ਼ੂਆਂ ਦੀ ਬਹੁਤ ਭਰਮਾਰ ਹੋ ਚੁੱਕੀ ਹੈ, ਤੁਸੀਂ ਇਸ ਬਾਰੇ ਕੀ ਕਰ ਰਹੇ ਹੋ, ਤੁਹਾਡੀ ਕਮੇਟੀ ਕੀ ਕਰ ਰਹੀ ਹੈ ਇਸ ਦੇ ਵਿੱਚ? ਕਮੇਟੀ ਜੀ ਅਸੀਂ ਇਹਨਾਂ ਨੂੰ ਬਹੁਤ ਵਾਰੀ ਬੇਨਤੀ ਕੀਤੀ ਜਿਹੜੇ ਪ੍ਰਾਈਵੇਟ ਗਊਸ਼ਾਲਾ ਨੇ ਵੀ ਜਿੰਨੇ ਅਵਾਰਾ ਪਸ਼ੂ ਨੇ ਇਹਨਾਂ ਨੂੰ ਤੁਸੀਂ ਸਾਂਭ ਸੰਭਾਈ ਕਰੋ ਵੰਡ ਕੇ, ਪਰ ਇਹ ਦੁੱਧ ਵਾਲੇ ਪਸ਼ੂ ਦਾ ਫੜ ਲਾਉਂਦੇ ਨੇ। ਜਿਹੜੇ ਦੂਜੇ ਬਗੈਰ ਦੁੱਧ ਵਾਲੇ ਪਸ਼ੂ ਨੇ ਉਹ ਵੀ ਇੱਕ ਵਾਰ ਦਾ ਫੜ ਕੇ ਲੈ ਜਾਂਦੇ, ਦੂਜੀ ਵਾਰ ਉਹ ਵੀ ਛੱਡ ਦਿੰਦੇ ਪਏ। ਫਿਰ ਸਾਡੀ ਦੋਨੇ ਪ੍ਰਧਾਨਾਂ ਨਾਲ ਗੱਲ ਹੋਈ ਸੀਗੀ, ਉਹ ਕਹਿ ਰਹੇ ਕਿ ਅਸੀਂ ਪਸ਼ੂ ਰੱਖਣ ਨੂੰ, ਅਵਾਰਾ ਪਸ਼ੂ ਨੂੰ ਸਾਰੇ ਰੱਖਣ ਨੂੰ ਤਿਆਰ ਹਾਂ, ਲੇਕਿਨ ਜੋ ਗੌਰਮੈਂਟ ਟੈਕਸ ਇਕੱਠਾ ਕਰ ਰਹੀ ਹੈ ਵੀ ਸਾਡੇ ਕੋਲੋਂ ਟੈਕਸ ਦਾ ਫੰਡ ਜਾਂ ਕਿਰਾਇਆ ਵੀ ਕੁਝ ਵੀ ਨਹੀਂ ਆ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਗਊ ਸੈਸ ਸਾਨੂੰ ਗੌਰਮੈਂਟ ਵੱਲੋਂ ਆਇਆ ਜੀ, ਉਹ ਸਾਡੇ ਨਗਰ ਕੌਂਸਲ ਕੋਲ ਪਿਆ। ਉਹ ਦੇਣ ਦਾ ਇਹੀ ਕਾਰਨ ਹੈ, ਨਾ ਦੇਣ ਦਾ ਕਾਰਨ ਇਹੀ ਹੈ ਵੀ ਇਹ ਜ਼ਿਆਦਾ ਸਾਰੇ ਜਿੰਨੇ ਸ਼ਹਿਰ ਦੇ ਪਸ਼ੂ ਨੇ, ਜਿੰਨੇ ਢੱਠੇ, ਕੋਈ ਬੱਚੇ, ਕੋਈ ਇਹ ਦੇਸੀ ਗਊਆਂ ਦਾ ਫੜ ਲਾਉਂਦੇ ਨੇ। ਜਿਹੜੇ ਆ ਅਮਰੀਕੀ ਢੱਠੇ ਨੇ, ਅਮਰੀਕੀ ਗਾਵਾਂ ਨੇ, ਇਹਨਾਂ ਨੂੰ ਲੈ ਕੇ ਜਾਂਦੇ। ਫਿਰ ਸਾਨੂੰ ਇਹਨਾਂ ਨੂੰ ਗਊ ਸੈਸ ਦੇਣ ਦਾ ਫਾਇਦਾ ਕੀ? ਅਸੀਂ ਤਾਂ ਹੁਣ ਇਹੀ ਵਿਚਾਰ ਕਰ ਰਹੇ ਹਾਂ ਵੀ ਇੱਕ ਸਰਕਾਰੀ ਗਊਸ਼ਾਲਾ ਨਗਰ ਕੌਂਸਲ ਦੀ ਵੀ ਕੋਈ ਸ਼ਹਿਰ ਦੀ ਕੋਈ ਜਾਇਦਾਦ ਪਈ ਹੈ ਜਿੱਥੇ ਅਸੀਂ ਖੋਲਾਂਗੇ, ਉੱਥੇ ਜਿੰਨੀਆਂ ਸ਼ਹਿਰ ਦੀਆਂ ਟਾਲਾਂ ਨੇ ਵੀ ਇੱਥੇ ਲੋਕ ਹਰਾ ਪਾਉਂਦੇ ਨੇ, ਉਸ ਕਾਰਨ ਸ਼ਹਿਰ 'ਚ ਪਸ਼ੂ ਇਕੱਠੇ ਹੋ ਜਾਂਦੇ ਨੇ ਵੀ ਇਹ ਟਾਲਾਂ ਨੂੰ ਵੀ ਉਹ ਗਊਸ਼ਾਲਾ ਦੇ ਕੋਲ ਹੀ ਖੋਲ੍ਹਿਆ ਜਾਵੇ ਸਾਰਿਆਂ ਨੂੰ। ਜੇ ਘਰਾਂ ਵਾਲੇ ਨੇ ਤਾਂ ਵੀ ਉੱਥੋਂ ਹਰਾ ਲਿਆਉਣਾ, ਜੇ ਕਿਸੇ ਨੇ ਹਰਾ ਲੈ ਕੇ ਪਾਉਣਾ ਤਾਂ ਵੀ ਉੱਥੇ ਪਾਇਆ ਜਾਵੇ। ਵੀ ਸਰਕਾਰੀ ਗਊਸ਼ਾਲਾ ਦਾ ਵਿਚਾਰ ਚੱਲ ਰਿਹਾ, ਇਸ ਲਈ ਅਸੀਂ ਉਹ ਗਊ ਸੈਸ ਅਸੀਂ ਕਿਸੇ ਨੂੰ ਨਹੀਂ ਦੇ ਰਿਹਾ। ਕਦੋਂ ਤੱਕ ਬਣਨ ਦੇ ਚਾਂਸ ਨੇ ਅਗਰ ਗਊਸ਼ਾਲਾ ਕਦੋਂ ਤੱਕ ਬਣ? ਸਾਡੇ ਈਓ ਸਾਹਿਬ ਬਦਲ ਗਏ ਸੀ, ਨਵੇਂ ਈਓ ਸਾਹਿਬ ਆਏ ਨੇ, ਅਸੀਂ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ। ਉਹਨਾਂ ਨੇ ਵੀ ਸਾਨੂੰ ਵਧੀਆ ਇਹ ਕਿਹਾ ਵੀ ਚਲੋ ਆਪਾਂ ਤੁਹਾਡਾ ਵਿਚਾਰ ਵਧੀਆ ਨੇ ਜੀ, ਵੀ ਆਪਾਂ ਇਹ 'ਤੇ ਗੌਰ ਕਰਦੇ ਹਾਂ। ਅਸੀਂ ਛੇਤੀ ਤੋਂ ਛੇਤੀ ਗੌਰ ਕਰਾਂਗੇ ਅਤੇ ਵੀ ਛੇਤੀ ਛੇਤੀ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ ਵੀ ਤਾਂ ਕਿ ਲੋਕਾਂ ਨੂੰ ਅਵਾਰਾ ਪਸ਼ੂਆਂ ਤੋਂ ਦੇ ਡਰ ਤੋਂ ਨਿਜਾਤ ਪਾਈ ਜਾਵੇ। ਇਹ ਸਨ ਸੁਭਾਸ਼ ਵਰਮਾ ਜੀ, ਜੋ ਕਹਿ ਰਹੇ ਸਨ ਕਿ ਅਸੀਂ ਜਲਦੀ ਹੀ ਇਸ ਦੇ ਉੱਪਰ ਗੌਰ ਕਰਾਂਗੇ ਕਿ ਅਗਰ ਕੋਈ ਜਗ੍ਹਾ ਸਰਕਾਰੀ ਪਈ ਹੈ ਤਾਂ ਉੱਥੇ ਗਊਸ਼ਾਲਾ ਸਰਕਾਰੀ ਬਣਾ ਕੇ ਇਹ ਸਾਰੇ ਪਸ਼ੂ ਜਿਹੜੇ ਅਵਾਰਾ ਹਨ ਉੱਥੇ ਰੱਖੇ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਕਿੰਨੀ ਜਲਦੀ ਆਉਂਦੀ ਹੈ ਕਿ ਜਿਹੜਾ ਗਊਸ਼ਾਲਾ ਆਪਣਾ ਗਊਆਂ ਤੋਂ, ਅਵਾਰਾ ਪਸ਼ੂਆਂ ਤੋਂ, ਬੁਲਾਡੇ ਵਾਲਿਆਂ ਨੂੰ, ਲੋਕਾਂ ਨੂੰ ਨਿਜਾਤ ਮਿਲ ਸਕੇ।